लेके कहाँ जा रहे हो? किसान कुंडी है FCI उत्तरपुर संजयनगर के पास जा रहे हैं। वंदे भारत यात्रा है हमारी। मैं चाहे गर्म सड़क होवे, चाहे टुटियां सड़क होन, चाहे कंढे झाड़ियां का रस्ता होवे, मैं जिथे भी निकलां नंगे पैरी चलदे मैं उस राह तो निकलांगा, चाहे उनदे विच अग भी आवे तो मैं उनदे विचों निकलांगा। ਇਹਨਾਂ ਵੱਲੋਂ ਇੱਕ ਪ੍ਰਤੀਗਿਆ ਲਈ ਗਈ ਹੈ ਕਿ ਜਦੋਂ ਤੱਕ ਕਿਸਾਨੀ ਮਸਲਾ ਹੱਲ ਨਹੀਂ ਹੋ ਜਾਂਦਾ ਇਹਨਾਂ ਨੇ ਨੰਗੇ ਪੈਰੀ ਰਹਿਣਾ। ਘੱਟੋ ਘੱਟ 3-3.5 ਮਹੀਨੇ ਹੋ ਚੁੱਕੇ ਨੇ, ਜਿੱਥੇ ਵੀ ਜਾਂਦੇ ਨੇ ਨੰਗੇ ਪੈਰੀ ਜਾਂਦੇ ਨੇ। ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਨਿਊਜ਼। ਮੈਂ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ। ਸੰਗਤ ਜੀ, ਅਸੀਂ ਅੱਜ ਇੱਕ ਐਸੀ ਸ਼ਖਸੀਅਤ ਨਾਲ ਮੌਜੂਦ ਹੈਗੇ ਹਾਂ ਜਿਹੜੇ ਪਹਿਲੇ ਸਹਿਜਦਾਰੀ ਸਨ, ਹੁਣ ਖੰਡੇ ਦੀ ਪੌਲ ਲੈ ਕੇ ਬਿਲਕੁਲ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਹੈਗੇ ਹਨ। ਉੱਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਦੇ ਸ਼ਹਿਰ ਰੁਦਰਪੁਰ ਤੋਂ। ਇਹਨਾਂ ਦੀ ਖਾਸ ਗੱਲ ਜੋ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਹੈ, ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ, ਜਿਹਦੀ ਹਰ ਪਾਸੇ ਚਰਚਾ ਹੈਗੀਆਂ ਨੇ, ਉਸ ਅੰਦੋਲਨ ਦੇ ਵਿੱਚ ਇਹਨਾਂ ਵੱਲੋਂ ਇੱਕ ਪ੍ਰਤੀਗਿਆ ਲਈ ਗਈ ਹੈ ਕਿ ਜਦੋਂ ਤੱਕ ਕਿਸਾਨੀ ਮਸਲਾ ਹੱਲ ਨਹੀਂ ਹੋ ਜਾਂਦਾ ਇਹਨਾਂ ਨੇ ਨੰਗੇ ਪੈਰੀ ਰਹਿਣਾ। ਸਭ ਤੋਂ ਪਹਿਲਾਂ ਇਹਨਾਂ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੈਨੂੰ ਪਤਾ ਲੱਗਿਆ, ਪਹਿਲਾਂ ਅਸੀਂ ਤੁਹਾਡੇ ਨਾਲ ਸ਼ਾਇਦ ਥੋੜ੍ਹੀ ਜਿਹੀ ਚਰਚਾ ਕੀਤੀ ਸੀ, ਲੇਕਿਨ ਮੈਨੂੰ ਲੱਗਿਆ ਕਿ ਵੇਖੋ ਇੱਕ ਬੜੀ ਵੱਡੀ ਗੱਲ ਹੈਗੀ ਹੈ ਕਿ ਤੁਸੀਂ ਇੰਨੇ ਟਾਈਮ ਤੋਂ ਨੰਗੇ ਪੈਰੀ ਰਹਿ ਰਹੇ ਹੋ। ਕਹਿਣਾ ਸੌਖਾ ਆ, ਅਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਇਹ ਤੁਸੀਂ ਨੰਗੇ ਪੈਰੀ ਰਹਿ ਕੇ ਇਹਦਾ ਪ੍ਰਚਾਰ ਕਰਨਾ? ਇਹ ਸਾਡੇ ਮਨ 'ਚ ਇਸ ਕਰਕੇ ਆਇਆ ਕਿ ਕਈ ਅੰਦੋਲਨ ਅਤੇ ਕਈ ਸੰਘਰਸ਼ ਅਤੇ ਕਈ ਜਗ੍ਹਾ ਧਰਨੇ ਅਤੇ ਕਈ ਜਗ੍ਹਾ ਆਪਣੇ ਭਾਰਤ ਬੰਦ ਹੋਇਆ, ਅਤੇ ਉੱਥੋਂ ਇੱਕ ਜਾਗਰਤੀ ਸਾਰੇ ਆਪਣੇ ਆਪਣੇ ਤਰੀਕੇ ਨਾਲ ਆਪਣੀ ਕਰ ਰਹੇ ਸੀ, ਆਪਣਾ ਰੋਸ਼ ਸਰਕਾਰਾਂ ਦੇ ਪ੍ਰਤੀ ਅਤੇ ਆਪਣੇ ਇੱਕ ਸੰਦੇਸ਼ ਦੇ ਪ੍ਰਤੀ, ਜਿਵੇਂ ਵੀ ਲੋਕ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਅਤੇ ਧਨ ਬਲ ਵੀ ਲੋਕ ਲਾ ਰਹੇ ਸੀ। ਅਤੇ ਮੈਂ ਕਿਹਾ ਇਹ ਸਭ ਕੁਛ ਇੱਕ ਪਾਸੇ ਹੈਗਾ, ਇੱਕ ਜਿਹੜੇ ਅੰਦਰਲੀ ਜਿਹੜੀ ਆਪਣੀ ਇੱਕ ਮਾਨਵਤਾ ਦੀ ਇੱਕ ਪ੍ਰਤੀ ਜਿਹੜੀ ਇੱਕ ਇਸ ਤਰ੍ਹਾਂ ਸ਼ੋਸ਼ਣ ਹੋ ਰਿਹਾ ਵੇ, ਸਰਕਾਰਾਂ ਵੀ ਕਰਦੀਆਂ ਆਈਆਂ ਨੇ, ਪਹਿਲੇ ਵੀ ਹੁੰਦੇ ਆਏ ਨੇ, ਅਤੇ ਉਸ ਤਰੀਕੇ ਜਦੋਂ ਅੱਜ ਕਿਸਾਨਾਂ ਦੀ ਰੋਟੀ ਰੋਜੀ ਦਾ ਸਵਾਲ ਆਇਆ ਹੈ ਅਤੇ ਮਜ਼ਦੂਰਾਂ ਵਾਸਤੇ ਵੀ ਅੱਜ ਪੈਦਲ ਚੱਲਣ ਨੂੰ ਮਜਬੂਰ ਹੋਏ ਲੋਕ, ਅਤੇ ਇਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਉੱਤੇ ਜਿਹੜਾ ਸ਼ੋਸ਼ਣ ਹੋ ਰਿਹਾ, ਅਤੇ ਇਹ ਪਹਿਲੇ ਵੀ ਹੁੰਦਾ ਆਇਆ ਅਤੇ ਹੁਣ ਵੀ ਹੋ ਰਿਹਾ, ਅਤੇ ਅੱਗੇ ਨਾ ਹੋਵੇ ਇਹਦੇ ਵਾਸਤੇ ਅਸੀਂ ਇੱਕ ਅੰਦੋਲਨ ਪੂਰਾ ਸਿੱਖ ਸਮਾਜ ਸਾਡਾ ਅਗਵਾਈ ਕਰ ਰਿਹਾ ਦਿੱਲੀ ਸੈਂਟਰ ਦੇ ਵਿੱਚ ਬੈਠ ਕੇ, ਅਤੇ ਇੱਕ ਉੱਥੋਂ ਜਾਗਰਤੀ ਪੈਦਾ ਹੋ ਰਹੀ ਹੈ। ਅਤੇ ਉਹ ਸਾਡੇ ਅੰਦਰ ਇਹ ਵਿਚਾਰ ਇਸ ਤਰੀਕੇ ਪੈਦਾ ਹੋਇਆ ਕਿ ਜਦੋਂ ਸ਼ਹੀਦੀਆਂ ਹੋਈਆਂ ਨੇ, ਇਹ ਸ਼ਹੀਦੀਆਂ 84 'ਤੇ ਹੋਈਆਂ ਅਤੇ ਪਹਿਲੇ ਵੀ ਹੁੰਦੀਆਂ ਆਈਆਂ ਨੇ, ਆਪਣੇ ਸਮਾਜ ਨੂੰ, ਆਪਣੇ ਪੰਥ ਨੂੰ ਬਚਾਉਣ ਵਾਸਤੇ, ਮਾਨਵਤਾ ਨੂੰ ਬਚਾਉਣ ਵਾਸਤੇ, ਅਤੇ ਆਪਣੇ ਜਿਹੜੇ ਆਪਣੇ ਸ਼ੋਸ਼ਿਤ ਪੀੜ੍ਹਤ ਜਿਨ੍ਹਾਂ ਵਾਸਤੇ ਉਤਪੀੜਨ ਹੁੰਦਾ ਆਇਆ ਹੈ, ਅਤੇ ਉਹਨਾਂ ਵਾਸਤੇ ਵੀ ਅਗਵਾਈ ਹੁੰਦੀ ਆਈ ਹੈ ਅਤੇ ਸੇਵਾ ਵੀ ਕਰਦੇ ਆਏ ਨੇ। ਅਤੇ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਚੁਣਿੰਦਾ ਲੋਕਾਂ ਨੂੰ ਯਾਦ ਰੱਖਿਆ ਜਾਂਦਾ ਵੇ, ਚੁਣਿੰਦਾ ਮਹਾਂਪੁਰਸ਼ਾਂ ਨੂੰ ਯਾਦ ਰੱਖਿਆ ਜਾਂਦਾ ਜਿਨ੍ਹਾਂ ਨੇ ਜ਼ਿਆਦਾ ਬਲੀਦਾਨ ਦਿੱਤੇ ਹੁੰਦੇ ਨੇ, ਉਹਨਾਂ ਦਾ ਕਈ ਵਾਰੀ ਨਾਂ ਨਹੀਂ ਆਉਂਦਾ ਹੈਗਾ। ਅਤੇ ਮੈਂ ਇੱਕ ਦਿਲ ਦੇ ਵਿੱਚ ਮੇਰੀ ਇੱਕ ਜੋਤ ਜੀ ਪੈਦਾ ਹੋਈ, ਅਤੇ ਮੈਂ ਜਦੋਂ ਸਿਮਰਨ ਪਾਠ ਕਰਦਾ ਹੁੰਦਾ ਤਾਂ ਉਦੋਂ ਇੱਕ ਮਨ 'ਚ ਵਿੱਚ ਖਿਆਲ ਆਇਆ ਗੁਰੂ ਘਰ ਦੇ ਬੈਠੇ ਹੋਏ ਕਿ ਮੈਂ ਕੀ ਕਰ ਸਕਣਾ ਵਾਂ। ਅਤੇ ਮੈਂ ਕਿਹਾ ਇੱਕ ਹੁੰਦਾ ਕਿ ਸੰਘਰਸ਼ ਕਰਾਂ, 4 ਬੰਦੇ ਲੈ ਕੇ, ਝੰਡੇ ਲੈ ਕੇ, ਅਤੇ ਮੈਂ ਇੱਕ ਸਿਸਟਮ ਥੋੜ੍ਹਾ ਬਣਾ ਕੇ ਮੈਂ ਵੀ ਵਿਖਾਵਾਂ, ਲੇਕਿਨ ਉਹ ਮੇਰੇ ਅੰਦਰ ਇੱਕ ਝੂਠ ਜਿਹਾ ਮਤਲਬ ਮਹਿਸੂਸ ਹੋ ਰਿਹਾ ਸੀ ਕਿ ਮੈਂ ਇਹ ਕੁਛ ਨਹੀਂ ਹੈਗਾ। ਅਤੇ ਮੈਂ ਕਿਹਾ ਮੈਂ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਵਾਸਤੇ ਮੈਂ ਸ਼ਰਧਾਂਜਲੀ ਦੇਵਾਂ, ਅਤੇ ਮੈਂ ਨੰਗੇ ਪੈਰ ਚੱਲਾਂਗਾ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਤੁਸੀਂ ਸ਼ਰਧਾਂਜਲੀ ਦੇਣ ਦੇ, ਤੁਸੀਂ ਨੰਗੇ ਪੈਰੀ ਰਹਿਣ ਦੀ ਪ੍ਰਤੀਜਾ। ਸਾਡਾ ਮੇਨ ਉਦੇਸ਼ ਜਿਹੜਾ ਹੈਗਾ ਹੈ, ਇਸ ਅੰਦੋਲਨ ਦੇ ਨਾਲ ਬਿੱਲ ਵਾਪਸ ਹੋਵੇ, ਉਹ ਤਾਂ ਹੈ ਹੀ ਹੈ, ਉਸ ਦੇ ਨਾਲ ਨਾਲ ਸ਼ਹੀਦਾਂ ਨੂੰ ਜਿਨ੍ਹਾਂ ਨਾਲ ਉਤਪੀੜਨ ਹੋਇਆ ਹੈ, ਸਰਕਾਰ ਨੇ ਪਾਣੀ ਦੀ ਬੌਛਾਰਾਂ ਕੀਤੀਆਂ ਗੰਦੇ ਪਾਣੀ ਦੀਆਂ, ਅਤੇ ਉਹ ਅੰਮ੍ਰਿਤਧਾਰੀ ਸਿੱਖ ਸੀਗੇ, ਉਹ ਸਾਡੇ ਅੰਦੋਲਨ ਸਾਡੇ ਪ੍ਰਤੀ, ਸਾਡੇ ਪੇਟ ਦੇ ਪ੍ਰਤੀ ਲੜ ਰਹੇ ਸੀਗੇ, ਸਾਡੇ ਫਸਲਾਂ ਦੇ ਪ੍ਰਤੀ ਲੜ ਰਹੇ ਸੀ, ਹਰੀ ਜ਼ਮੀਨਾਂ ਦੇ ਪ੍ਰਤੀ ਲੜ ਰਹੇ ਸੀ। ਉਹਨਾਂ ਦੇ ਜਿਹੜੀ ਸ਼ਹੀਦੀ ਹੋਈ ਹੈ, ਉਹ ਕਿਸੇ ਨੇ ਸੜਕਾਂ ਪੱਟਤੀਆਂ, ਕਈਆਂ ਨੇ ਡੰਡੇ ਵਰਸਾਏ, ਕਈਆਂ ਨੇ ਗੋਲੀਆਂ ਵੀ ਮਾਰ ਦਿੱਤੀਆਂ, ਅਤੇ ਸਾਡੇ 'ਤੇ ਉਤਪੀੜਨ ਹੋਇਆ ਜਿਹੜਾ ਸਾਨੂੰ ਵਿਖਾਇਆ ਵੀ ਨਹੀਂ ਜਾ ਰਿਹਾ। ਅਤੇ ਉਹ ਦੇਖੀ ਇਹਨੂੰ ਇੱਕ ਸਾਡੇ ਅੱਗੇ ਜਿਹੜੀ ਬਾਰ-ਬਾਰ ਚਿਹਰੇ ਆ ਰਹੇ ਨੇ ਕਿ ਸਾਡੇ 'ਤੇ ਉਤਪੀੜਨ ਜਿਹੜਾ ਹੋਇਆ, ਅਤੇ ਉਹ ਸ਼ਹੀਦਾਂ ਦੀ ਜਿਹੜੀ ਜਾਨ ਗਈ ਹੈ ਉਹ ਕਿਸ ਤਰੀਕੇ ਨਿਕਲੀ ਹੋਏਗੀ। ਕਹਿਣਾ ਸੌਖਾ ਹੈ, 320 ਲੋਕਾਂ ਨੇ ਸਾਡੇ ਬਿੱਲ ਵਾਪਸ ਵਾਸਤੇ ਸ਼ਹੀਦੀ ਦੇ ਦਿੱਤੀ, ਅਤੇ ਉਹਨੂੰ ਇੱਕ ਮਹਿਸੂਸ ਤਾਂ ਕਰੋ ਕਿ ਉਹਨਾਂ ਦੀ ਜਾਨ ਕਿਸ ਤਰੀਕੇ ਨਿਕਲੀ ਹੋਏਗੀ, ਅਖੀਰਲਾ ਟਾਈਮ ਕਿਹੋ ਜਿਹਾ ਹੋਏਗਾ, ਕੀ ਉਹਨਾਂ ਦੇ ਮਨ 'ਚ ਹੋਏਗੀ। ਮਤਲਬ ਤੁਸੀਂ ਉਹ ਦੁੱਖ ਮਹਿਸੂਸ ਕਰਦੇ ਹੋ? ਮਹਿਸੂਸ ਕੀਤਾ। ਉਹ ਦੁੱਖ ਮਹਿਸੂਸ ਕਰਕੇ ਮੇਰੇ ਮਨ 'ਚ ਇੱਕ ਵਿਚਾਰ ਆਇਆ, ਮੈਂ ਚਾਹੇ ਗਰਮ ਸੜਕ ਹੋਵੇ, ਚਾਹੇ ਟੁੱਟੀਆਂ ਸੜਕਾਂ ਹੋਣ, ਚਾਹੇ
ਕੰਢੇ ਦਾ ਝਾੜੀਆਂ ਦਾ ਰਸਤਾ ਹੋਵੇ, ਮੈਂ ਜਿੱਥੇ ਵੀ ਨਿਕਲਾਂਗਾ ਨੰਗੇ ਪੈਰੀ ਚੱਲਦੇ ਹੋ। ਮੈਂ ਉਸ ਰਾਹ ਤੋਂ ਨਿਕਲਾਂਗਾ, ਚਾਹੇ ਉਹਦੇ ਵਿੱਚ ਅੱਗ ਵੀ ਆਵੇ ਤੇ ਮੈਂ ਉਹਦੇ ਵਿੱਚੋਂ ਨਿਕਲਾਂਗਾ, ਲੇਕਿਨ ਮੈਂ ਆਪਦੇ ਕਦੀ ਐਸਾ ਹੋਇਆ ਕੰਡੇ ਚੁੱਭੇ ਜਾਂ ਪੈਰ ਜ਼ਖਮੀ ਹੋਏ, ਐਸਾ ਕਈ? ਹਾਂਜੀ, ਇਸ ਤਰ੍ਹਾਂ ਹੋਇਆ। ਪਹਿਲੇ ਦਿਨ ਤਾਂ ਜਿਵੇਂ ਮੈਂ ਪ੍ਰਤੀਗਿਆ ਲਈ ਸੀ, ਉਸੇ ਟਾਈਮ ਆਪਦੀ ਗੱਡੀ ਦੀ ਦੂਰੀ ਤੇ ਜਦੋਂ ਮੈਂ ਗਿਆ ਤੇ ਥੋੜ੍ਹੀ ਪਾਰਕਿੰਗ 'ਚ ਖੜੀ ਸੀ ਗੱਡੀ, ਤੇ ਰਸਤੇ ਦੇ ਵਿੱਚ ਘਾਹ ਹੈਗੀ ਸੀ, ਤੇ ਮੈਂ ਸਿੱਧਾ ਹੀ ਆਪਣਾ ਮਹਾਰਾਜ ਦਾ ਨਾਂ ਲੈ ਕੇ ਥੱਲੇ ਮੂੰਹ ਕਰਕੇ ਚੱਲਦਾ ਰਿਹਾ, ਤੇ ਮੈਨੂੰ ਇੱਕ ਬਹੁਤ ਵੱਡਾ ਕੰਡਾ ਜਿਹੜਾ ਬਬੂਲ ਦਾ, ਕਿੱਕਰ ਦਾ ਐਡਾ ਲੰਬਾ ਕੰਡਾ ਸੀ, ਉਹ ਸਿੱਧਾ ਖੜਚ ਦੇ ਨਹੀਂ ਜਾ ਕੇ ਮੇਰੇ ਅੰਗੂਠੇ ਵਾਲੀ ਜਗ੍ਹਾ 'ਤੇ ਗੜ ਗਿਆ। ਜਦੋਂ ਗੜਿਆ ਤੇ ਮੇਰੀ ਹਾਏ ਉਦੋਂ ਹੀ ਨਿਕਲੀ, ਮੇਰਾ ਸਿੱਧਾ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਨਾਲ ਸ਼ਹੀਦਾਂ ਨੂੰ ਪ੍ਰਣਾਮ ਕੀਤਾ, ਤੇ ਉਸ ਦੇ ਨਾਲ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਇਹ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਇਹਨਾਂ ਨੂੰ ਮਹਾਰਾਜ ਸਹੀ ਬੁੱਧੀ ਦੇਵੇ ਤੇ ਇਹ ਜਲਦੀ ਅੰਦੋਲਨ ਖਤਮ ਹੋਵੇ। ਮਹਾਰਾਜ, ਇਹ ਸੱਚੀ ਸ਼ਰਧਾਂਜਲੀ ਮੇਰੀ ਪਹਿਲੀ ਹੋਈ ਸੀ। ਤੇ ਜਦੋਂ ਤੁਸੀਂ ਨੰਗੇ ਪੈਰੀ ਵਿਚਰਦੇ ਹੋ, ਆਮ ਪਬਲਿਕ ਦਾ ਵਿਚਾਰ ਤੁਹਾਡੇ ਤੋਂ ਪੁੱਛਦੇ ਨੇ ਕਿਉਂ ਹੈ ਤੇ ਕੀ ਹੁੰਦਾ ਆ? ਜਦੋਂ ਮੈਨੂੰ ਕਈ ਵਾਰ ਤਾਂ ਲੋਕ ਕਹਿੰਦੇ ਨੇ ਸਰਕਾਰ ਆਪਕੇ ਜੂਤੇ ਕਹਾਂ ਹੈ, ਸਰਦਾਰ ਜੀ ਆਪਕੇ ਜੂਤੇ ਕਹਾਂ ਹੈ, तो सारे यही पूछते हैं जूते कहाँ है, तो मैं उन्होंने फिर यही कहना कि ये जूते जो ने ना सरकार के दरवाजे ते पे ने, ਉਹਨਾਂ ਦੇ ਇਹ ਸਾਡੇ ਜਿਹੜੇ ਕਿਸਾਨ ਅੰਦੋਲਨ 'ਤੇ ਜਿਹੜੇ ਬੈਠੇ ਨੇ ਲੋਕ ਭੁੱਲ ਚੁੱਕੇ ਨੇ, ਲੇਕਿਨ ਉੱਥੇ ਸਾਡੇ ਕਿਸਾਨ ਅਜੇ ਵੀ ਅੰਦੋਲਨ ਹੈਗੇ ਨੇ, ਅਤੇ ਜਗ੍ਹਾ ਜਗ੍ਹਾ 'ਤੇ ਪ੍ਰਚਾਰ ਪ੍ਰਸਾਰ ਵੀ ਹੋ ਰਿਹਾ ਹੈ, ਅਤੇ ਅਸੀਂ ਵੀ ਆਪਣੇ ਇੱਕ ਨੰਗੇ ਪੈਰਾਂ ਲੋਕ ਪੁੱਛਦੇ ਨੇ, ਅਤੇ ਅਸੀਂ ਇਹੀ ਕਹਿੰਦੇ ਹਾਂ ਕਿ ਅਸੀਂ ਕਿਸਾਨਾਂ ਦੇ ਸਮਰਥਨ ਵਿੱਚ ਨੰਗੇ ਪੈਰ ਚੱਲ ਰਹੇ ਹਾਂ, ਅਤੇ ਜਿਹੜੇ ਸ਼ਹੀਦ ਹੋ ਰਹੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਾਂ, ਅਤੇ ਸਰਕਾਰ ਨੂੰ ਇੱਕ ਅਰਦਾਸ ਕਰਦੇ ਹਾਂ ਆਪਣੀ ਗੁਰੂ ਰੂਪ ਬਣ ਕੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਇਹ ਸਰਕਾਰਾਂ ਨੂੰ ਬੁੱਧੀ ਸਤਬੁੱਧੀ ਆ ਜਾਵੇ ਅਤੇ ਜਲਦੀ ਹੀ ਇਹ ਸਾਡੇ ਅੰਦੋਲਨ ਨੂੰ ਖਤਮ ਕੀਤਾ ਜਾਵੇ ਤੇ ਇਹਨਾਂ ਦੀ ਮੰਗਾਂ ਪੂਰੀਆਂ ਕੀਤੀ ਜਾਣ। ਘਰ ਪਰਿਵਾਰ ਰਿਸ਼ਤੇਦਾਰ ਕਾਫੀ ਲੰਮਾ ਸਮਾਂ ਤੁਸੀਂ ਨੰਗੇ ਪੈਰੀ ਰਹਿ ਰਹੇ ਹੋ, ਤੇ ਕੀ ਉਹਨਾਂ ਦਾ ਰਿਐਕਸ਼ਨ? ਘਰ ਪਰਿਵਾਰ ਤੇ ਜਦੋਂ ਮੈਂ ਰਿਸ਼ਤੇਦਾਰੀ 'ਚ ਜਾਂਦਾ ਵਾ ਉਹ ਇੰਝ ਕਰਦੇ ਜਿਵੇਂ ਲੜ ਕੇ ਆਇਆ ਘਰੋਂ, ਤੇ ਕਿਤੇ ਇੱਕਦਮ ਘਬਰਾ ਜਾਂਦੇ ਨੇ ਕਿ ਨੰਗੇ ਪੈਰ ਘਰ ਫੋਨ ਕਰਦੇ ਨੇ ਕਿ ਨੰਗੇ ਪੈਰ ਆਇਆ, ਕਿਤੇ ਇਹਨੂੰ ਨਾਰਾਜ਼ ਤਾਂ ਨਹੀਂ ਹੋ ਗਿਆ, ਤੇ ਐਸਾ ਕੁਝ ਨਹੀਂ ਹੈਗਾ। ਤੇ ਲੇਕਿਨ ਉਹਨਾਂ ਨੂੰ ਵੀ ਮੈਂ ਇਹੀ ਕਿਹਾ, ਤੇ ਉਹ ਵੀ ਮੈਂ ਹੰਝੂ ਵਹਾ ਕੇ ਕਹਿੰਦੇ ਨੇ ਸਾਡੇ ਵੀ ਕਈ ਮਹਾਂਪੁਰਸ਼ ਇਹਨਾਂ ਹੂਤੀਆਂ ਦਿੱਤੇ ਨੇ, ਤੇ ਸਾਡੇ 84 'ਚ ਵੀ ਦੰਗੇ ਹੋਏ ਤੇ ਉਦੋਂ ਵੀ ਹੈ, ਤੇ ਤੁਸੀਂ ਧੰਨ ਹੈਗੇ ਹੋ ਜਿਹੜੇ ਸਾਡੇ ਅੱਜ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਹੋ ਤੇ ਸੱਚੀ ਸ਼ਰਧਾਂਜਲੀ ਦੇ ਰਹੇ ਹੋ, ਅਸੀਂ ਵੀ ਤੁਹਾਡੇ ਨਾਲ ਹੈਗੇ ਹਾਂ, ਤੁਹਾਡੇ ਸੁੱਖ ਦੁੱਖ 'ਚ ਨਾਲ ਹੈਗੇ ਹਾਂ। ਜਾਂਦੇ ਜਾਂਦੇ ਕੋਈ ਮੈਸੇਜ, ਜਿਵੇਂ ਵਿਸਾਖੀ ਵੀ ਹੈਗੀ ਇਸ ਦਿਨ, ਜਾਂਦੇ ਜਾਂਦੇ ਮੇਰਾ ਦੇਸ਼ਾਂ ਵਿਦੇਸ਼ਾਂ ਦੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ। ਵਿਸਾਖੀ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਭਕਾਮਨਾ, ਤੇ ਆਪਾਂ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਸਿੱਖੀ ਦੀ ਮਰਿਆਦਾ ਨੂੰ ਮੰਨ ਕੇ ਸਿੱਖਾਂ ਦੀ ਜਿਹੜੀ ਗਰੀਬੀ ਹੈ, ਜਿਹੜੀ ਉਹਨਾਂ ਦੀ ਬੇਨਸੀਬੀ ਹੈ, ਉਹਨਾਂ ਦਾ ਸਤਿਕਾਰ ਕਰੀਏ, ਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈਏ, ਤੇ ਉਹਨਾਂ ਦੇ ਸੂਲ ਨੂੰ ਛੋਟਾ ਇੱਕ ਸੂਲੀ ਦਾ ਰੂਪ ਬਣਾ ਕੇ ਉਹਨਾਂ ਦੀ ਕਿਰਪਾ ਕਰੀਏ, ਉਹਨਾਂ 'ਤੇ ਮਹਾਨਤਾ ਵਰਸਾਈਏ, ਆਪਣੇ ਗੁਰੂ ਰੂਪ ਦੇ ਪਲ ਚਿੰਨ੍ਹਾਂ 'ਤੇ ਚੱਲਦੇ ਹੋਏ ਸਾਰੇ ਗੁਰੂ ਵਾਲੇ ਬਣੀਏ। ਇਸ ਸਾਜਨਾ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਸੋ ਸੰਗਤ ਜੀ, ਇਹ ਸਨ ਸਾਡੇ ਨਾਲ ਜੁੜੇ ਸਰਦਾਰ ਸਤਪਾਲ ਸਿੰਘ ਠੁਕਰਾਲ ਜੀ, ਜਿਹੜੇ ਸਹਿਜਧਾਰੀ ਸਨ, ਸਾਬਤ ਸਰੂ ਰੂਪ ਵਿੱਚ ਸਿੱਖ ਸੱਜ ਚੁੱਕੇ ਨੇ, ਤੇ ਇੱਕ ਅਨੋਖੀ ਪ੍ਰਤੀਗਿਆ ਇਹਨਾਂ ਨੇ ਲਈ ਹੋਈ ਹੈ। ਕਹਿਣਾ ਆਸਾਨ ਹੁੰਦਾ ਹੈ, 3-4 ਮਹੀਨੇ ਦੇ ਲਗਭਗ ਹਰ ਪਾਸੇ ਨੰਗੇ ਪੈਰੀ ਤੁਰਨਾ, ਕਈ ਵਾਰੀ ਇਹਨਾਂ ਨੂੰ ਪੈਰਾਂ 'ਤੇ ਜ਼ਖਮ ਇਹਨਾਂ ਦੇ ਹੋਏ ਨੇ, ਲੇਕਿਨ ਫਿਰ ਵੀ ਇਹਨਾਂ ਦੀ ਜਿਹੜੀ ਪ੍ਰਤੀਗਿਆ ਹੈਗੀ ਹੈ ਉਹਨਾਂ ਨੇ ਧਾਰ ਕੀਤੀ ਹੋਈ ਹੈ ਕਿ ਜਦੋਂ ਤੱਕ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਨੇ ਨੰਗੇ ਪੈਰੀ ਰਹਿਣਾ ਹੈ। ਸੋ ਤੁਹਾਨੂੰ ਸਾਡੀ ਇਹ ਪਹਿਲ, ਸਾਡੇ ਇਸ ਜਿੱਦਾਂ ਕਿ ਅਸੀਂ ਜਿਹੜੇ ਸਾਡੇ ਇਸ ਉੱਤਰਾਖੰਡ ਅਤੇ ਯੂਪੀ ਦੇ ਪੰਜਾਬੀਆਂ ਦੇ ਨਾਲ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ, ਹੋਰ ਪੰਜਾਬੀ ਇਸ਼ੂ ਚੱਕਦੇ ਹਾਂ। ਸਾਡੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਨੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਫਤਿਹ ਦੀ ਅਰਜ਼ ਕਰਕੇ ਆਪਾਂ ਸਮਾਪਤੀ ਕਰਦੇ ਹਾਂ, ਫਿਰ ਅਸੀਂ ਕਿਸੇ ਸ਼ਖਸੀਅਤ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।